ਨੇੜਲੀਆਂ ਵਿਲੱਖਣਤਾਵਾਂ ਵਿੱਚੋਂ ਸਭ ਤੋਂ ਵੱਡੀ ਹੈ ਮਸਤਕ ਦੀ ਟੋਕਰੀ ਵਿੱਚ ਰੱਖਿਆ ਹੋਇਆ ਸੂਖਮ ਸ਼ਕਤੀਆਂ ਅਤੇ ਦੈਵੀ ਸ਼ਮਤਾਵਾਂ ਦਾ ਭੰਡਾਰ। ਪਰ ਮੁਸ਼ਕਲ ਇਹ ਹੈ ਕਿ ਜਿਵੇਂ ਆਪਣੇ ਹੀ ਖੂਨ ਵਿੱਚ ਹੋ ਰਹੀਆਂ ਹਲਚਲਾਂ ਨੂੰ ਜਾਣਨਾ ਮੁਸ਼ਕਿਲ ਹੈ, ਉਸੇ ਤਰ੍ਹਾਂ ਮਸਤਕ ਨੂੰ ਸਮਝਣਾ ਕਠਿਨ ਹੈ। ਪੰਡਿਤ ਸ਼੍ਰੀ ਰਾਮ ਸ਼ਰਮਾਚਾਰਿਆ। ਪੁਸਤਕ ਦਾ ਨਾਮ ਮਸਤਕ ਪ੍ਰਤੱਖ ਕਲਪਵ੍ਰਿਖ। ਪੁਸਤਕ ਦੀ ਜਾਣਕਾਰੀ। ਆਮ ਤੌਰ 'ਤੇ ਅਸੀਂ ਸਾਰੇ ਜਾਣਦੇ ਹਾਂ ਕਿ ਦਿਮਾਗ ਸੋਚਣ ਦਾ ਕੰਮ ਕਰਦਾ ਹੈ। ਰੋਜ਼ਾਨਾ ਜੀਵਨ ਦੀਆਂ ਗਤੀਵਿਧੀਆਂ ਤੱਕ ਹੀ ਉਸਦੀ ਹੋਂਦ ਸਮਝੀ ਜਾਂਦੀ ਹੈ। ਪਰ ਕੀ ਹੋਵੇ ਜੇਕਰ ਸਾਨੂੰ ਇਹ ਪਤਾ ਲੱਗ ਜਾਵੇ ਕਿ ਸਾਡੇ ਦਿਮਾਗ ਵਿੱਚ ਇਸ ਤੋਂ ਵੀ ਵੱਧ ਸ਼ਕਤੀਆਂ ਹਨ, ਜਿਨ੍ਹਾਂ ਨੂੰ ਜੇਕਰ ਅਸੀਂ ਮਨਚਾਹੀ ਦਿਸ਼ਾ ਵਿੱਚ ਚਲਾਉਣਾ ਸਿੱਖ ਸਕੀਏ ਤਾਂ ਆਪਣੀ ਇੱਛਾ ਮੁਤਾਬਕ ਸਫਲਤਾਵਾਂ ਅਤੇ ਸਿੱਧੀਆਂ ਪ੍ਰਾਪਤ ਕਰ ਸਕਦੇ ਹਾਂ। ਇਹੀ ਕਾਰਨ ਹੈ ਕਿ ਦਿਮਾਗ ਨੂੰ ਕਲਪਵ੍ਰਿਖ ਕਿਹਾ ਜਾਂਦਾ ਹੈ। ਪੁਸਤਕ ਦੇ ਕੁਝ ਪ੍ਰਸ਼ਨ। ਮਸਤਕ ਕਿਸ ਗਹਿਰਾਈ ਤੋਂ ਯਾਦ ਸ਼ਕਤੀ ਨੂੰ ਨੋਟ ਕਰਦਾ ਹੈ? ਯਾਦਾਸ਼ਤ ਦੇ ਸਮੇਂ ਦਿਮਾਗ ਦੀ ਸਥਿਤੀ ਕੀ ਸੀ? ਭਾਵਨਾ ਦੇ ਪ੍ਰਵਾਹ ਦਾ ਵਿਸ਼ਲੇਸ਼ਣ ਕਰਨਾ ਮੁਸ਼ਕਲ ਕਿਉਂ ਹੋ ਜਾਂਦਾ ਹੈ? ਹਰ ਕਿਸੇ ਦੀ ਸਮਰਨ ਸ਼ਕਤੀ ਵੱਖਰੀ ਕਿਉਂ ਹੁੰਦੀ ਹੈ? ਮਨੁੱਖ ਆਤਮ ਹੱਤਿਆ ਦੀ ਕੋਸ਼ਿਸ਼ ਕਿਉਂ ਕਰਦਾ ਹੈ? ਫੋਬੀਆ, ਨਿਊਰੋਸਿਸ ਕਿਸਨੂੰ ਕਹਿੰਦੇ ਹਨ? ਦੂਜਿਆਂ ਨੂੰ ਦੁਖੀ ਦੇਖ ਕੇ ਤੁਹਾਨੂੰ ਤਰਸ ਕਿਉਂ ਆਉਂਦਾ ਹੈ? ਸਮਰਨ ਸ਼ਕਤੀ ਨੂੰ ਕਿਵੇਂ ਤੇਜ਼ ਕੀਤਾ ਜਾ ਸਕਦਾ ਹੈ? ਭੁੱਲਣ ਦੇ ਕੀ ਕਾਰਨ ਹਨ? ਧਿਆਨ ਧਾਰਨਾ ਰਾਹੀਂ ਇਕਾਗਰਤਾ ਕਿਵੇਂ ਵੱਧਦੀ ਹੈ? ਇਸ ਦੇ ਪਿੱਛੇ ਕੀ ਵਿਧਾਨ ਹੈ? ਦਿਮਾਗੀ ਸੰਤੁਲਨ ਸਿਹਤ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ? ਇਹਨਾਂ ਸਾਰੇ ਪ੍ਰਸ਼ਨਾਂ ਦੇ ਉੱਤਰ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੈ ਪੁਸਤਕ, ਜੋ ਵਿਭਿੰਨ ਉਦਾਹਰਨਾਂ ਰਾਹੀਂ ਇਹ ਸਪਸ਼ਟ ਕਰਦੀ ਹੈ ਕਿ ਮਨੁੱਖ ਦੇ ਮਨ ਦੀ ਸ਼ਕਤੀ ਵਿਲੱਖਣ ਹੁੰਦੀ ਹੈ। ਉਸਦੀ ਬੁੱਧੀ ਅਤੇ ਵਿਚਾਰ ਸ਼ਕਤੀ ਬਹੁਤ ਹੀ ਵੱਖਰੀ ਹੈ। ਜੇਕਰ ਇਸ ਸ਼ਕਤੀ ਨੂੰ ਜਾਗਰਿਤ ਕਰਕੇ ਉਪਯੋਗ ਵਿੱਚ ਲਿਆਂਦਾ ਜਾ ਸਕੇ ਤਾਂ ਸਾਨੂੰ ਜੀਵਨ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਮਿਲ ਸਕਦਾ ਹੈ। ਪੁਸਤਕ ਦੇ ਕੁਝ ਅੰਸ਼। ਮਨ ਇੱਕ ਸੂਖਮ, ਰਹੱਸਮਈ ਅਤੇ ਸ਼ਕਤੀਸ਼ਾਲੀ ਹਸਤੀ ਹੈ। ਉਸਦੇ ਭੇਦ ਨੂੰ ਸਮਝ ਸਕਣਾ ਬਹੁਤ ਮੁਸ਼ਕਿਲ ਹੈ। ਭਾਰਤੀ ਤੱਤ ਦਰਸ਼ਨ ਵਿੱਚ ਤਾਂ ਮਨ ਨੂੰ ਹੀ ਸਫਲਤਾ ਅਤੇ ਅਸਫਲਤਾਵਾਂ ਦਾ ਕਾਰਨ ਕਿਹਾ ਜਾਂਦਾ ਹੈ। ਇੱਥੋਂ ਤੱਕ ਕਿ ਉਸ ਨੂੰ ਹੀ ਬੰਧਨ ਅਤੇ ਮੋਖ ਦਾ ਕਾਰਨ ਕਿਹਾ ਗਿਆ ਹੈ, ਅਰਥਾਤ ਬੰਧਨ ਅਤੇ ਮੁਕਤੀ ਦਾ ਕਾਰਨ ਇਹ ਮਨ ਹੀ ਹੈ। ਬ੍ਰਹਮਾਂਡ ਦੇ ਅੰਦਰ ਅਣਗਿਣਤ ਮਨੀਸ਼ੀਆਂ ਦੇ ਗਿਆਨ ਦਾ ਭੰਡਾਰ ਖਿਲਰਿਆ ਹੋਇਆ ਹੈ। ਵਿਕਸਤ ਸੂਖਮ ਸਰੀਰ ਉਸ ਗਿਆਨ ਭੰਡਾਰ ਨਾਲ ਸੰਬੰਧ ਸਥਾਪਿਤ ਕਰ ਸਕਦਾ ਹੈ ਅਤੇ ਆਪਣੀਆਂ ਜਾਣਕਾਰੀਆਂ ਦਾ ਇੰਨਾ ਵਿਸਥਾਰ ਥੋੜ੍ਹੇ ਸਮੇਂ ਵਿੱਚ ਹੀ ਕਰ ਸਕਦਾ ਹੈ, ਜਿਸ ਦਾ ਆਮ ਯਤਨਾਂ ਤੋਂ ਸੰਭਵ ਨਹੀਂ ਹੋ ਸਕਦਾ। ਆਧੁਨਿਕ ਪਰਾਵਿਗਿਆਨਿਕ ਮਨੋਵਿਗਿਆਨੀਆਂ ਨੇ ਪੂਰਵ ਅਨੁਮਾਨ, ਦੂਰ ਸੰਚਾਰ ਅਤੇ ਸੁਪਨਿਆਂ ਵਿੱਚ ਹੋਣ ਵਾਲੇ ਭਵਿੱਖ ਨੂੰ 5 ਗਿਆਨ ਇੰਦਰੀਆਂ ਤੋਂ ਇਲਾਵਾ 6ਵੀਂ ਸੰਵੇਦਨਾ ਦਾ ਨਾਮ ਦਿੱਤਾ ਹੈ। ਇਸ 6ਵੀਂ ਇੰਦਰੀ ਸੰਵੇਦਨਾ ਨੂੰ ਅੱਜ ਬਹੁਤ ਜਿਗਿਆਸਾ ਦੀ ਦ੍ਰਿਸ਼ਟੀ ਤੋਂ ਦੇਖਿਆ ਅਤੇ ਖੋਜਿਆ ਜਾ ਰਿਹਾ ਹੈ। ਦਿਮਾਗ ਦੇ 3 ਭਾਗ, ਇੱਕ ਸਾਰੀਆਂ ਗਤੀਵਿਧੀਆਂ ਦਾ ਸੰਚਾਲਕ ਹੈ, ਦੂਜਾ ਮਾਸਪੇਸ਼ੀਆਂ ਦਾ ਨਿਯੰਤਰਕ, ਤੀਜਾ ਸਾਹ ਲੈਣ, ਭੋਜਨ ਪਚਾਉਣ ਆਦਿ। ਇਹਨਾਂ ਤਿੰਨਾਂ ਵਿੱਚੋਂ ਉਹ ਭਾਗ ਜ਼ਿਆਦਾ ਮਹੱਤਵਪੂਰਨ ਹੈ ਜੋ ਮਨ ਅਤੇ ਬੁੱਧੀ ਨੂੰ ਸੰਭਾਲਦਾ ਹੈ। ਇਸੇ ਦੇ ਵਿਕਾਸ ਨੂੰ ਮਾਨਸਿਕ ਵਿਕਾਸ ਕਿਹਾ ਜਾਂਦਾ ਹੈ। ਜਿਵੇਂ ਮਨੁੱਖ ਨੂੰ ਸਰੀਰਕ ਭੋਗ ਦੀ ਵਸਤੂ ਮੰਨ ਕੇ ਆਪਣੇ ਨੂੰ ਮਹਾਨ ਅਧਿਆਤਮਿਕ ਸੁੱਖ ਸਹੂਲਤਾਂ ਤੋਂ ਵਾਂਝੇ ਕਰ ਲਿਆ ਹੈ, ਉਸੇ ਤਰ੍ਹਾਂ ਮਨ ਵਰਗੀ ਪ੍ਰਚੰਡ ਸ਼ਕਤੀ ਦਾ ਉਪਯੋਗ ਵੀ ਸਿਰਫ ਲੌਕਿਕ ਸਵਾਰਥ ਅਤੇ ਇੰਦਰੀਆਂ ਦੇ ਭੋਗ ਤੱਕ ਹੀ ਸੀਮਿਤ ਰੱਖ ਕੇ ਉਸ ਨੂੰ ਨਸ਼ਟ ਕਰਦਾ ਰਹਿੰਦਾ ਹੈ। ਆਤਮ ਹੱਤਿਆ ਦਾ ਯਤਨ ਕਰਨ ਵਾਲੇ ਨੂੰ ਰੋਗੀ ਜਾਂ ਅਪਰਾਧੀ ਮੰਨਿਆ ਜਾਂਦਾ ਹੈ। ਥਕਾਵਟ ਅਤੇ ਤਣਾਅ ਭਰੀ ਜ਼ਿੰਦਗੀ ਬੋਝ ਹੈ। ਇਹ ਇੱਕ ਅਜਿਹਾ ਬੋਝ ਹੈ ਜਿਸ ਤੋਂ ਅਸੀਂ ਖੁਦ ਹੀ ਆਪਣੀ ਮਾਨਸਿਕ ਕਮਜ਼ੋਰੀ ਅਤੇ ਅਸਤ ਵਿਅਸਤਤਾ ਦੇ ਆਧਾਰ ਤੇ ਬਣਾਉਂਦੇ ਹਾਂ ਅਤੇ ਆਪਣੇ ਮੋਢਿਆਂ ਤੇ ਚੁੱਕਦੇ ਹਾਂ। ਅੰਦਰ ਦੀ ਘੁਟਨ ਮਨ ਸਥਿਤੀ ਨੂੰ ਵਿਗਾੜ ਦਿੰਦੀ ਹੈ ਅਤੇ ਮਨੁੱਖ ਹਰ ਕਦਮ ਤੇ ਡਰਨ ਲੱਗਦਾ ਹੈ। ਉਦੋਂ ਡਾਕਟਰੀ ਭਾਸ਼ਾ ਵਿੱਚ ਉਸ ਨੂੰ ਫੋਬੀਆ ਜਾਂ ਫੋਬਿਕ ਨਿਊਰੋਸਿਸ ਕਹਿੰਦੇ ਹਨ। ਹਸੀ ਖੁਸ਼ੀ ਅਤੇ ਫੁਲਕਾ ਜੀਵਨ ਬਤੀਤ ਕਰਦੇ ਹੋਏ ਜੇਕਰ ਮਾਨਸਿਕ ਸੰਤੁਲਨ ਨੂੰ ਸਥਿਰ ਰੱਖਿਆ ਜਾ ਸਕੇ ਤਾਂ ਮਸਤਕ ਤੋਂ ਨਿਸੰਦੇਹ ਕਲਪਵ੍ਰਿਖ ਵਰਗਾ ਲਾਭ ਉਠਾਇਆ ਜਾ ਸਕਦਾ ਹੈ। ਮਸਤਕ ਇੱਕ ਅਜਿਹਾ ਹੀ ਕਲਪਵ੍ਰਿਖ ਹੈ ਜਿਸ ਤੋਂ ਜੋ ਕੁਝ ਵੀ ਮੰਗਿਆ ਜਾਵੇ ਉਹ ਉਸ ਨੂੰ ਤੁਰੰਤ ਪੇਸ਼ ਕਰਦਾ ਹੈ। ਭਾਵਨਾਵਾਂ ਕਾਰਜਸ਼ੀਲਤਾ ਉਤਪੰਨ ਕਰਦੀਆਂ ਹਨ। ਨਾ ਸਿਰਫ, ਪਰ ਕਈ ਵਾਰ ਉਹ ਇੰਦਰੀਆਂ ਮਜ਼ਬੂਤ ਹੁੰਦੀਆਂ ਹਨ ਕਿ ਹਨੇਰੀ ਤੂਫਾਨ ਵਾਂਗ ਉਹ ਸਰੀਰ ਦੀ, ਮਨ ਦੀ ਆਮ ਕਿਰਿਆ ਨੂੰ ਅਸਤ ਵਿਅਸਤ ਕਰ ਦਿੰਦੀਆਂ ਹਨ। ਪੁਸਤਕ ਦੇ ਕੁਝ ਬਿੰਦੂ। ਜੋ ਚਾਹੋ ਆਸਾਨੀ ਨਾਲ ਪ੍ਰਾਪਤ ਕਰੋ। ਮਨ ਅਤੇ ਮਸਤਕ ਦੀ ਸਭ ਦਾ ਕਾਰਨ ਹੈ। ਕੀ ਅਸੀਂ ਸਾਰੇ ਮਨੋਵਿਕਾਰਾਂ ਤੋਂ ਪੀੜਿਤ ਹਾਂ? ਦਿਮਾਗ ਇੱਕ ਵਿਦਯੁਤ ਬੈਟਰੀ ਹੈ। ਸ਼ਰਾਪ ਵੀ ਅਸੰਭਵ ਹੈ। ਮਨ ਦੀ ਸ਼ਕਤੀ ਦਾ ਚਮਤਕਾਰ, ਹੈਰਾਨੀਜਨਕ ਮੋਹਿਤ ਕਰਨ ਵਾਲਾ ਮਸਤਕ ਸੰਸਥਾਨ, ਅਲੌਕਿਕ ਕਲਾਕਾਰ ਦੀ ਅਦਭੁਤ ਸਿਰਜਣਾ, ਬਿਮਾਰ ਰਹੋ ਜਾਂ ਸੁਖੀ ਮਨਮਰਜ਼ੀ ਦੀ ਗੱਲ ਹੈ। ਅਨੁਕੂਲਨ ਦੇ ਰੋਗ, ਨਿਰਾਸ਼ਾ ਅਤੇ ਥਕਾਵਟ।